ਗੁਰੂ ਵਾਹਿਗੁਰੂ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, 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 ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਇ, ਘਰ ਨੌ ਨਿਧ ਆਵੈ ਧਾਇ, ਸਭ ਥਾਈਂ ਹੋਏ ਸਹਾਇ, ਸਭ ਥਾਈਂ ਹੋਏ ਸਹਾਇ, ਵਾਹਿਗੁਰੂ ਜੀਓ। ਸੋ ਕਾਹੂ ਟਾਲ ਗੁਰ ਸੇਵੀਐ, ਅਹਨਿਸ ਸਹਿਜ ਦਰਸ਼ਨ ਪਰਸੈ, ਜਨਮ ਮਰਨ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੋਕ ਬਸੰਤ ਸਵਰਗ ਲੋਕੈ, ਜਿਤੇ ਪ੍ਰਿਥਵੀ ਨਵ ਖੰਡਨੈ, ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ, ਕੌਤਕ ਕੋਟਿ ਤਮਾਸਿਆ ਚਿਤ ਨ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰ, ਉਜੜ ਸੋਏ ਥਾਉ ਪੌੜੀ, ਮਹਾ ਪਿਆਣ ਉਦਿਆਨ ਨਗਰ ਕਰਮਾਨਿਆ, ਝੂਠ ਸਮਗਰੀ ਭੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਹੰਕਾਰ ਫਿਰੈ ਦੇਵਾਨਿਆ, ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ, ਜੁਗ ਜੁਗ ਅਟਲ
ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਅਤੀ ਪਿਆਰੀ ਅਤੀ ਸਨਮਾਨਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ज्योति ज्योत रली संपूर्ण थिया राम। अठवें गुरुदेव पिता धन श्री गुरु हरकृष्ण साहिब जी महाराज जी का अज ज्योति जोत दिहाड़ा ਸਮੁੱਚਾ ਪੰਥ ਮਨਾਉਣ ਜਾ ਰਹੇ ਹੈ। ਔਰ ਨਾਲ ਹੀ ਅੱਜ ਧਰਮ ਦੀ ਚਾਦਰ, ਹਿੰਦ ਦੀ ਚਾਦਰ ਨੌਵੇਂ ਸਤਿਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ ਵੀ ਸਮੁੱਚਾ ਪੰਥ ਮਨਾਉਣ ਜਾ ਰਹੇ ਹੈ ਜੀ। ਅੱਜ ਦੋ ਦਿਹਾੜੇ ਨੇ। ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਔਰ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਗੁਰਪੁਰਬ। ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰ ਉਪਕਾਰੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ 5 ਸਾਹਿਬਜ਼ਾਦੇ ਹੋਏ ਔਰ ਇੱਕ ਸਪੁੱਤਰੀ ਹੋਈ ਬੀਬੀ ਵੀਰੋ ਜੀ। ਛੇਵੇਂ ਪਾਤਸ਼ਾਹ ਜੀ ਦੇ 5 ਸਪੁੱਤਰ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ। ਬਾਬਾ ਗੁਰਦਿੱਤਾ ਜੀ ਦੇ 2 ਸਪੁੱਤਰ ਹੋਏ, ਪਹਿਲਾ ਧੀਰਮਲ ਔਰ ਦੂਸਰੇ ਸਪੁੱਤਰ ਹੋਏ 7ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਗੁਰੂ ਹਰਿਰਾਏ ਸਾਹਿਬ ਜੀ ਦੇ ਅੱਗੋਂ 2 ਸਪੁੱਤਰ ਹੋਏ, ਵੱਡੇ ਬਾਬਾ ਰਾਮ ਰਾਏ ਜੀ ਔਰ ਛੋਟੇ ਸਪੁੱਤਰ ਗੁਰੂ ਹਰਿਰਾਏ ਸਾਹਿਬ ਜੀ ਦੇ ਹੋਏ 8ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਬਚਪਨ ਤੋਂ ਹੀ ਆਪ ਜੀ ਦੀ ਬਿਰਤੀ ਬੜੀ ਗੰਭੀਰ ਔਰ ਬੜੇ ਸ਼ਾਂਤ ਸੁਭਾਅ ਦੇ ਨੇ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਦੋਵੇਂ ਭਰਾ ਬਾਬਾ ਰਾਮ ਰਾਏ ਜੀ
ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਬਾਣੀ ਦਾ ਪਾਠ ਕਰਦੇ ਨੇ, ਆਪਣੀ ਮੌਜ ਵਿੱਚ ਬੈਠੇ ਹੋਏ। ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਪੁੱਤਰ ਤੁਹਾਡੇ ਦੋਵੇਂ ਤੁਹਾਨੂੰ ਪਿਆਰੇ ਨੇ ਔਰ ਸੰਗਤ ਨੂੰ ਵੀ ਪਿਆਰੇ ਨੇ, ਕਿਉਂਕਿ ਗੁਰੂ ਕੇ ਸਾਹਿਬਜ਼ਾਦੇ ਨੇ। ਪਰ ਮਹਾਰਾਜ ਇੱਕ ਰਹਿਮਤ ਕਰੋ, ਇਹ ਦੱਸੋ ਤਖਤ ਦਾ ਮਾਲਕ ਕਿਹੜਾ ਪੁੱਤਰ ਹੋਵੇਗਾ? ਸਤਿਗੁਰੂ ਕਹਿੰਦੇ ਤੁਸਾਂ ਇੰਝ ਕਰਨਾ, ਜਦੋਂ ਦੋਵੇਂ ਮੇਰੇ ਪੁੱਤਰ ਸਵੇਰੇ ਪੋਥੀ ਪ੍ਰਕਾਸ਼ ਕਰਕੇ ਰਹਿਲ ਦੇ ਉੱਪਰ ਗੁਰਬਾਣੀ ਦਾ ਪਾਠ ਕਰਦੇ ਹੋਵਣਗੇ, ਤੁਸੀਂ ਜਾ ਕੇ ਕੰਧੂਈ ਰਹਿਲ ਨੂੰ ਝੁਬਾਉਣੀ, ਉੱਤਰ ਤੁਹਾਨੂੰ ਮਿਲੇਗਾ। ਆਖਿਆ ਸਤ ਬਚਨ ਮਹਾਰਾਜ। ਸੰਗਤ ਵਿੱਚੋਂ ਇੱਕ ਸਿੱਖ ਨੇ ਕੰਧੂਈ ਲਈ, ਬਾਬਾ ਰਾਮ ਰਾਏ ਜੀ ਦੇ ਪਾਸ ਗਏ ਔਰ ਰਹਿਲ ਦੇ ਵਿੱਚ ਕੰਧੂਈ ਘੁਬੋਈ ਤੇ ਖੁਬੀ ਨਾ। ਜਦੋਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋ ਬੜੇ ਨਿਮਗਨ ਹੋ ਕੇ, ਮਸਤ ਹੋ ਕੇ ਗੁਰੂ ਕੀ ਬਾਣੀ ਨੂੰ ਪੜ੍ਹ ਰਹੇ ਸਨ, ਇਕਾਗਰ ਚਿੱਤ ਹੋ ਕੇ, ਕਿਉਂਕਿ ਬਾਣੀ ਜਦੋਂ ਪੜ੍ਹੋ, ਜਦੋਂ ਸੁਣੋ, ਮਨ ਦੀ ਚੰਚਲਤਾਈ ਦੀਆਂ ਪੰਡਾਂ ਪਰੇ ਸੁੱਟੋ ਤੇ ਇਕਾਗਰ ਚਿੱਤ ਹੋ ਕੇ ਗੁਰੂ ਕੀ ਉਸਤਤ ਕਰੋ। ਪ੍ਰਭ ਕੀ ਉਸਤਤ ਕਰੋ, ਸੰਤ ਮੀਤ ਸਾਵਧਾਨ, ਇਕਾਗਰ ਚੀਤ। ਸਿੱਖ ਗਿਆ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਉਹ ਰਹਿਲ ਜੀ ਦੇ ਤੇ ਪੋਥੀ ਪ੍ਰਕਾਸ਼ ਹੈ। ਜਦੋਂ ਲੱਕੜ ਵਿੱਚ ਜਾ ਕੇ ਸੂਈ ਘੁਬੋਈ, ਇੰਝ ਖੁੱਭ ਗਈ ਜਿਵੇਂ ਮੋਮ ਦੇ ਵਿੱਚ ਸੂਈ ਖੁੱਭਦੀ ਹੈ। ਸਿੱਖ ਬੜਾ ਹੈਰਾਨ। ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ, ਹਾਂ ਬਈ ਸਿੱਖੋ, ਹੁਣ ਦੱਸੋ। ਆਖਿਆ ਮਹਾਰਾਜ ਰਮਜ ਸਮਝ ਤੋਂ ਪਰੇ ਹੈ। ਸੂਈ ਕੋਈ ਸੀ, ਰਹਿਲ ਵੀ ਲੱਕੜ ਦੀ ਬਣੀ ਸੀ, ਦੋਵੇਂ ਰਹਿਲਾਂ। ਪਰ ਰਾਮ ਰਾਏ ਜੀ ਦੀ ਰਹਿਲ ਵਿੱਚ ਜਦੋਂ ਸੂਈ ਘੁਬੋਈ ਤੇ ਖੁਬੀ ਨਾ। ਦੂਜੇ ਪਾਸੇ ਵੀ ਲੱਕੜ ਦੀ ਰਹਿਲ ਹੈ, ਪਰ ਉਹਦੇ ਵਿੱਚ ਜਦੋਂ ਸੂਈ ਇੰਝ ਘੁਬੋਈ, ਇੰਝ ਖੁੱਭ ਗਈ ਜਿਵੇਂ ਮੋਮ ਦੇ ਵਿੱਚ ਖੁੱਭਦੀ ਹੈ। ਪਰ ਸਾਡੀ ਸਮਝ ਤੋਂ ਪਰੇ ਦੀਆਂ ਬਾਤਾਂ, ਇਹ ਕੀ ਰਮਜ਼ ਹੈ? ਸਤਿਗੁਰੂ ਕਹਿੰਦੇ ਸਮਝ ਨਹੀਂ ਆਈ। ਆਖਿਆ ਨਾ ਮਹਾਰਾਜ। ਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ, ਵੇਖੋ ਵਰ੍ਹਿਆਂ ਤੋਂ ਬਾਬਾ ਰਾਮ ਰਾਏ ਗੁਰਬਾਣੀ ਪੜ੍ਹਦੇ ਆ ਰਹੇ ਨੇ, ਪਰ ਸ਼ਬਦ ਅਜੇ ਤੱਕ ਅੰਦਰ ਨਹੀਂ ਵਸਿਆ। ਬਾਹਰੋਂ ਹਵਾ ਦੇ ਬੁੱਲੇ ਬਣ ਕੇ ਲੰਘੀ ਜਾਂਦੇ ਨੇ। ਇੱਕ ਵੀ ਉਪਦੇਸ਼, ਇੱਕ ਵੀ ਅੱਖਰ ਗੁਰੂ ਨਾਨਕ ਦਾ ਅਜੇ ਉਹਨਾਂ ਦੇ ਹਿਰਦੇ ਵਿੱਚ ਨਹੀਂ ਵਸਿਆ। ਹਿਰਦਾ ਅਜੇ ਪੰਘਰਿਆ ਨਹੀਂ ਸ਼ਬਦ ਦੁਆਰਾ। ਦੂਸਰੇ ਪਾਸੇ ਨਿੱਕੀ ਉਮਰ ਹੈ ਮੇਰੇ ਪੁੱਤਰ ਹਰਕ੍ਰਿਸ਼ਨ ਜੀ ਦੀ, ਪਰ ਸ਼ਬਦ ਕਣ ਕਣ ਵਿੱਚ ਸਮਾ ਗਿਆ। ਬਾਣੀ ਉਹਨਾਂ ਦੇ ਰੋਮ ਰੋਮ ਵਿੱਚ ਵਸ ਗਈ, ਇਸ ਲਈ ਹਿਰਦਾ ਕੋਮਲ ਹੋ ਗਿਆ। ਹਿਰਦਾ ਸ਼ਬਦ ਵਿੱਚ ਦਰਬੀਭੂਤ ਹੋ ਗਿਆ, ਪੰਘਰ ਗਿਆ। ਤੇ ਹੁਣ ਤੁਸੀਂ ਅੰਦਾਜ਼ਾ ਲਾਓ, ਜਿਹਦੇ ਹਿਰਦੇ ਵਿੱਚ ਸ਼ਬਦ ਦਾ ਵਾਸਾ, ਉਹੀ ਗੁਰੂ ਨਾਨਕ ਦੇ ਤਖਤ ਦਾ ਮਾਲਕ ਹੈ, ਦੂਜਾ ਨਹੀਂ ਹੋ ਸਕਦਾ। ਸੰਗਤ ਸਮਝ ਗਈ। ਹੁਣ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਏ ਜੀ ਨੂੰ ਦਿੱਲੀ ਘੱਲਿਆ, ਔਰੰਗਜ਼ੇਬ ਦੇ ਦਰਬਾਰ ਵਿੱਚ। ਉੱਥੇ ਆਪ ਜੀ ਭਰਮ ਗਏ ਮਾਇਆ ਦੀ ਚਟਕ ਪਟਕ ਵੇਖ ਕੇ, ਔਰ ਗੁਰੂ ਤੋਂ ਬੇਮੁਖ ਹੋ ਗਏ।
ਸਤਿਗੁਰਾਂ ਨੇ ਹੁਕਮ ਜਾਰੀ ਕੀਤਾ, ਰਾਮ ਰਾਏ ਜਿਹੜਾ ਗੁਰਬਾਣੀ ਦਾ ਸਿਧਾਂਤ ਗੁਰੂ ਦੇ ਬਚਨਾਂ ਨੂੰ ਬਦਲਦਾ ਉਹ ਮੇਰਾ ਕੁਝ ਨਹੀਂ ਲੱਗਦਾ, ਭਾਵੇਂ ਮੇਰਾ ਪੁੱਤਰ ਕਿਉਂ ਨਾ ਹੋਵੇ। ਇਸ ਲਈ ਜਿੱਧਰ ਨੂੰ ਮੂੰਹ ਹੈ ਉਧਰ ਨੂੰ ਜਾ, ਸਾਡੇ ਮੱਥੇ ਨਾ ਲੱਗੀ। ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣਾ ਤਖਤ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਆ ਔਰ 7ਵੇਂ ਪਾਤਸ਼ਾਹ ਸੱਚਖੰਡ ਗਮਨ ਕਰ ਗਏ। ਹੁਣ ਨਿੱਕੀ ਉਮਰ ਹੈ, ਸੰਗਤ ਵਿੱਚ ਕਈ ਪ੍ਰਕਾਰ ਦੀਆਂ ਵਿਚਾਰਾਂ, ਪਰ ਹਰ ਸ਼ੰਕਾ ਸਮਰੱਥ ਗੁਰੂ ਨੇ ਉਹਨਾਂ ਦਾ ਦੂਰ ਕੀਤਾ, ਸਮਾਧਾਨ ਹੋਏ। ਤਾਂ ਤੇ ਸੰਗਤ ਹੁਣ ਉਸੇ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਆਪਣੀਆਂ ਬੇਨਤੀਆਂ ਕਰ ਰਹੀ ਹੈ। ਇੱਧਰ ਦਿੱਲੀ ਪਤ ਜਿਹੜਾ ਰਾਜਾ ਜੈ ਸਿੰਘ ਸੀ, ਜੈਪੁਰ ਦਾ ਉਹ ਰਾਜਾ, ਉਹਦੇ ਪਾਸ ਔਰੰਗਜ਼ੇਬ ਨੇ ਕਿਹਾ ਬਈ ਰਾਜਾ ਜੈ ਸਿੰਘ ਸਵਾਈ, ਤੁਸੀਂ ਗੁਰੂ ਨਾਨਕ ਦੇ ਘਰ ਦੇ ਸ਼ਰਧਾਲੂ ਹੋ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ। ਕਿਉਂਕਿ ਬਾਬਾ ਰਾਮ ਰਾਏ ਨੇ ਬੜੇ ਕੰਨ ਭਰੇ ਸਨ ਬਈ ਤਖਤ ਦਾ ਮਾਲਕ ਮੈਂ ਆ, ਨਿੱਕੀ ਉਮਰ ਹੈ, ਉਹਨਾਂ ਦੇ ਕੋਲ ਕੋਈ ਕਲਾ ਨਹੀਂ, ਕੋਈ ਸਮਰੱਥਾ ਨਹੀਂ, ਕੋਈ ਸਮਝ ਨਹੀਂ। ਤੇ ਬਾਦਸ਼ਾਹ ਕਹਿੰਦਾ ਕੋਈ ਗੱਲ ਨਹੀਂ, ਜਦੋਂ ਦਿੱਲੀ ਆਉਣਗੇ ਉਦੋਂ ਪਰਖਾਂਗਾ। ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਾਜਾ ਜੈ ਸਿੰਘ ਪਹੁੰਚਦਾ ਹੈ, ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ। ਬਈ ਮਹਾਰਾਜ ਦਿੱਲੀ ਪਤ ਔਰੰਗਜ਼ੇਬ ਬਾਦਸ਼ਾਹ ਤੁਹਾਨੂੰ ਮਿਲਣਾ ਚਾਹੁੰਦਾ ਹੈ। ਸਤਿਗੁਰੂ ਕਹਿੰਦੇ ਰਾਜਨ, ਜੋ ਸਿਧਾਂਤ ਗੁਰੂ ਨਾਨਕ ਦਾ ਹੈ, ਗੁਰੂ ਘਰ ਦਾ ਉਹ ਬਦਲ ਨਹੀਂ ਸਕਦੇ ਅਸੀਂ। ਪਿਤਾ ਸਤਿਗੁਰਾਂ ਦੇ ਬਚਨ ਨੇ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਤੇ ਉਸੇ ਬਚਨਾਂ ਤੇ ਅਸਾਂ ਪਹਿਰਾ ਦੇਣਾ। ਉਹਨੂੰ ਕਦਾਚਿਤ ਵੀ ਸਾਡੇ ਦਰਸ਼ਨ ਨਸੀਬ ਨਹੀਂ ਹੋ ਸਕਣਗੇ। ਆਖਿਆ ਮਹਾਰਾਜ ਫਿਰ ਦੂਸਰੀ ਬੇਨਤੀ ਪ੍ਰਵਾਨ ਕਰੋ। ਦਿੱਲੀ ਦੀਆਂ ਸੰਗਤਾਂ ਦੀ ਵੀ ਅਰਦਾਸ ਹੈ ਕਿ ਆਪ ਜੀ ਦਿੱਲੀ ਪਹੁੰਚੋ, ਦਰਸ਼ਨ ਬਖਸ਼ੋ। ਸਤਿਗੁਰੂ ਕਹਿੰਦੇ ਜੇ ਸੰਗਤ ਦੀ ਅਰਦਾਸ ਹੈ ਤੇ ਉਹਦੇ ਅੱਗੇ ਹਰ ਕ੍ਰਿਸ਼ਨ ਝੁਕਦਾ ਹੈ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਸੰਗਤ ਨੂੰ ਵੱਡਾ ਰੁਤਬਾ ਦਰਜਾ ਸਤਿਗੁਰਾਂ ਨੇ ਬਖਸ਼ਿਆ। ਵਿਚਾਰ ਕਰਦੇ ਹਾਂ, ਰਾਤ ਨੂੰ ਘਰ ਵਿੱਚ ਵਿਚਾਰਾਂ ਹੋਈਆਂ। ਸਤਿਕਾਰਯੋਗ ਮਾਤਾ ਜੀ 8ਵੇਂ ਪਾਤਸ਼ਾਹ ਜੀ ਦੇ ਕਹਿਣ ਲੱਗੇ, ਪੁੱਤਰ ਜੀ ਇਹਨਾਂ ਰਾਜੇ ਲੋਕਾਂ ਦਾ ਕੋਈ ਭਰੋਸਾ ਨਹੀਂ ਹੁੰਦਾ, ਪਤਾ ਨਹੀਂ ਕੀ ਤੋਂ ਕੀ ਕਰ ਦੇਣ। ਹੋਰ ਮਸੰਦ ਸਿੱਖਾਂ ਦੀਆਂ ਵਿਚਾਰਾਂ ਹੋਈਆਂ। ਕੁਝ ਕਹਿਣ ਲੱਗੇ ਨਹੀਂ ਮਹਾਰਾਜ, ਜੇ ਸੰਗਤ ਨੇ ਕਿਹਾ ਤੇ ਆਪਣਾ ਜਾਣਾ ਬਣਦਾ। ਸਤਿਗੁਰੂ ਕਹਿੰਦੇ ਸਵੇਰੇ ਤਿਆਰੀ ਕਰੋ। ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਤੋਂ ਗਮਨ ਕਰ ਗਏ ਨੇ ਹੁਣ ਦਿੱਲੀ ਵੱਲ ਨੂੰ। ਬੇਅੰਤ ਸੰਗਤਾਂ ਜਿਹੜੀਆਂ ਰਾਹ ਵਿੱਚ ਨੇ ਗੁਰੂ ਜੀ ਦੇ ਦਰਸ਼ਨ ਕਰਨ ਆ ਰਹੀਆਂ ਸਨ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ। ਪਤਾ ਚੱਲਿਆ ਵੀ ਮਹਾਰਾਜ ਦਿੱਲੀ ਦੇ ਰਾਹ ਪੈ ਗਏ ਨੇ, ਸੰਗਤ ਪਿੱਛੇ ਪਿੱਛੇ ਹੈ। ਚਲਦੇ ਚਲਦੇ ਸਤਿਗੁਰ ਸੱਚੇ ਪਾਤਸ਼ਾਹ ਅੰਬਾਲੇ ਦੀ ਧਰਤੀ ਤੇ ਪੰਜੋਖਰਾ ਸਾਹਿਬ ਪਹੁੰਚੇ ਨੇ। ਬੇਅੰਤ ਸੰਗਤਾਂ ਇੱਥੇ ਪਿੱਛੋਂ ਆ ਕੇ ਗੁਰੂ ਜੀ ਨੂੰ ਮਿਲੀਆਂ ਔਰ ਇੱਥੇ ਜਦੋਂ ਮਹਾਰਾਜ ਜੀ ਦੀਆਂ ਸੰਗਤਾਂ ਦੇ ਤੰਬੂ ਲੱਗੇ, ਸ਼ਾਹੀ ਸ਼ਾਨੋ ਸ਼ੌਕਤ, ਤੇ ਇੱਥੇ ਇੱਕ ਵਿਦਿਆ ਦੇ ਗਰੂਰ ਦੇ ਵਿੱਚ ਮਸਤ ਹੋਏ ਪੰਡਤ ਜੀ, ਪੰਡਤ ਲਾਲ ਚੰਦ ਜੀ ਸਨ। ਪੁੱਛਣ ਲੱਗੇ ਵੀ ਕੌਣ ਨੇ, ਕੋਈ ਬਾਦਸ਼ਾਹ ਹੈ? ਸਿੱਖਾਂ ਕਿਹਾ ਜੀ ਨਹੀਂ, ਇਹ ਗੁਰੂ ਨਾਨਕ ਦੀ ਜੋਤ ਨੇ, ਗੁਰੂ ਨਾਨਕ ਦਾ ਹੀ ਸਰੂਪ ਨੇ, ਉਹਨਾਂ ਦੇ ਤਖਤ ਦੇ ਮਾਲਕ ਨੇ, ਧੰਨ ਸ੍ਰੀ ਗੁਰੂ
ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਹੁਣ ਬੜਾ ਹੰਕਾਰ ਸੀ ਪੰਡਤ ਲਾਲ ਚੰਦ ਜੀ ਨੂੰ ਆਪਣੀ ਵਿਦਵਤਾ ਦੇ ਉੱਪਰ। ਕਹਿਣ ਲੱਗਾ ਕਮਾਲ ਹੋ ਗਈ, ਨਿੱਕੀ ਜੀ ਉਮਰ ਹੈ, ਬਾਲਕ ਰੂਪ ਨੇ, ਔਰ ਦੁਆਪਰ ਦੇ ਅਵਤਾਰ ਹੋਏ ਨੇ ਸ੍ਰੀ ਕ੍ਰਿਸ਼ਨ ਜੀ, ਉਹਨਾਂ ਤੋਂ ਵੀ ਵੱਡਾ ਨਾਮ ਰਖਾ ਲਿਆ ਇਹਨਾਂ ਨੇ ਕਿ ਸਮਰੱਥਾ ਵੀ ਹੈ ਤੁਹਾਡੇ ਗੁਰੂ ਵਿੱਚ ਐਸੀ। ਸਿੱਖਾਂ ਨੇ ਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ। ਸਤਿਗੁਰੂ ਕਹਿੰਦੇ ਪੰਡਤ ਜੀ ਨੂੰ ਬੁਲਾਓ। ਪੰਡਤ ਲਾਲ ਚੰਦ ਜੀ ਹਾਜ਼ਰ ਹੋਏ। ਗੁਰੂ ਕਹਿਣ ਲੱਗੇ ਪੰਡਤ ਜੀ ਕੀ ਸਵਾਲ ਹੈ ਤੁਹਾਡਾ? ਆਖਿਆ ਜੀ ਸ਼ੰਕਾ ਹੈ, ਉਹਦਾ ਸਮਾਧਾਨ ਕਰ ਦਿਓ। ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ, ਤੁਸੀਂ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਕੇ ਹੀ ਦੱਸ ਦਿਓ ਬਸ। ਮਹਾਰਾਜ ਕਹਿੰਦੇ ਪੰਡਤ ਜੀ ਤੁਹਾਡਾ ਸ਼ੰਕਾ ਨਿਵਰਤ ਨਹੀਂ ਹੋਣਾ। ਜੇ ਅਸਾਂ ਉੱਤਰ ਦੇ ਦਿੱਤਾ ਫਿਰ ਬਾਅਦ ਵਿੱਚ ਤੁਸੀਂ ਮੁੱਕਰ ਜਾਣਾ। ਤੁਸੀਂ ਕਹਿਣਾ ਜੀ ਤੁਸੀਂ ਤੇ ਗੱਦੀ ਦੇ ਮਾਲਕ ਹੋ, ਅਰਥ ਤੇ ਤੁਹਾਨੂੰ ਆਉਂਦੇ ਹੀ ਹੋਣਗੇ। ਮਹਾਰਾਜ ਕਹਿੰਦੇ ਇੰਝ ਕਰੋ ਪੰਡਤ ਜੀ, ਚੋਣ ਤੁਹਾਡੇ ਹੱਥ ਵਿੱਚ ਹੈ, ਜਿਹੜਾ ਮਰਜ਼ੀ ਬੰਦਾ ਪਕੜ ਕੇ ਲਿਆਓ, ਗੁਰੂ ਨਾਨਕ ਦੀ ਕਿਰਪਾ ਸਦਕਾ ਉਹੀ ਅਰਥ ਕਰੇਗਾ। ਆਖਿਆ ਠੀਕ ਹੈ ਜੀ। ਉਸ ਸਮੇਂ ਛੱਜੂ ਝੀਵਰ ਪੰਜੋਖਰੇ ਦੀ ਧਰਤੀ 'ਤੇ ਜੋ ਪਾਣੀ ਭਰਦਾ ਰਹਿੰਦਾ ਸੀ, ਪਾਣੀ ਢੋਂਦਾ ਸੀ, ਗੂੰਗਾ ਔਰ ਜੋ ਬੋਲਾ ਸੀ, ਉਹਨੂੰ ਪਕੜ ਕੇ ਲਿਆਂਦਾ ਮਹਾਰਾਜ ਜੀ ਦੀ ਹਜ਼ੂਰੀ ਵਿੱਚ। ਕਹਿਣ ਲੱਗਾ ਲਓ ਜੀ ਅਰਥ ਕਰਾਓ ਇਹ ਤੋਂ। ਹੁਣ ਉਹਨੇ ਤੇ ਪ੍ਰੀਖਿਆ ਲਈ। ਸਤਿਗੁਰੂ ਜੀ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ ਛੱਜੂ ਦੇ ਉੱਪਰ। ਛੜੀ ਗੁਰੂ ਜੀ ਦੇ ਹੱਥ ਵਿੱਚ ਹੁੰਦੀ, ਉਹਦੇ ਸੀਸ 'ਤੇ ਰੱਖੀ। ਗੁਰਦੇਵ ਕਹਿਣ ਲੱਗੇ ਛੱਜੂ? ਉਹ ਕਹਿਣ ਲੱਗਾ ਹਾਂ ਮਹਾਰਾਜ। ਸਾਰੇ ਪੰਜੋਖਰੇ ਦੇ ਲੋਕ ਹੈਰਾਨ, ਬਈ ਇਹ ਤੇ ਗੂੰਗਾ ਸੀ, ਗੁਰੂ ਨੇ ਗੂੰਗੇ ਨੂੰ ਬੋਲਣ ਲਾ ਦਿੱਤਾ। ਮਹਾਰਾਜ ਕਹਿੰਦੇ ਛੱਜੂ ਇਹ ਪੰਡਤ ਜੀ ਨੂੰ ਪੁੱਛੋ ਕੀ ਚਾਹੁੰਦੇ ਨੇ। ਛੱਜੂ ਝੀਵਰ ਕਹਿਣ ਲੱਗਾ ਪੰਡਤ ਲਾਲ ਚੰਦ ਕੀ ਕਹਿਣਾ ਚਾਹੁੰਦੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਆਖਿਆ ਗੀਤਾ ਦੇ ਸ਼ਲੋਕਾਂ ਦੇ ਅਰਥ ਕਰੋ। ਉਹ ਇੱਕ ਸ਼ਲੋਕ ਬੋਲੇ 8 ਅਰਥ। ਛੱਜੂ ਝੀਵਰ ਨੇ ਜਦੋਂ ਕੀਤੇ ਪੰਡਤ ਲਾਲ ਚੰਦ ਜੀ ਦੇ ਹੱਥ ਜੁੜ ਗਏ। ਆਖਿਆ ਮਹਾਰਾਜ ਬਸ ਤਸੱਲੀ ਹੋ ਗਈ। ਗੁਰੂ ਕਹਿੰਦੇ ਨਿੱਕੀ ਉਮਰ ਵੇਖ ਕੇ ਭਰਮਾ ਗਿਆ ਸੈਂ, ਇਹ ਜੋਤ ਤੇ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਦੀ ਬਖਸ਼ਿਸ਼ ਉਮਰਾਂ ਨਹੀਂ ਵੇਖਦੀ ਹੁੰਦੀ। ਕਿਸੇ ਵੀ ਉਮਰ ਦੇ ਵਿੱਚ ਜਿਹਦੇ ਤੇ ਗੁਰੂ ਪਰਮੇਸ਼ਰ ਆਪਣੀ ਰਹਿਮਤ ਕਰਨ, ਉਹਨੂੰ ਨਿਵਾਜ਼ ਦਿੰਦੇ ਨੇ, ਮਾਲਾ ਮਾਲ ਕਰ ਦਿੰਦੇ ਨੇ। ਇੱਥੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਢੇਰੀਆਂ ਬਣਾਈਆਂ, ਆਈਆਂ ਹੋਈਆਂ ਸੰਗਤਾਂ ਨੂੰ ਹੁਕਮ ਕੀਤਾ ਬਸ ਜਿਤਨੇ ਕੁ ਅਸੀਂ ਚਾਹਾਂਗੇ ਉਤਨੇ ਸਿੱਖ ਸਾਡੇ ਨਾਲ ਜਾਣਗੇ, ਬਾਕੀ ਤੁਸੀਂ ਪਿਛਾਂ ਹੁਣ ਪਰਤ ਜਾਓ ਆਪੋ ਆਪਣੇ ਘਰਾਂ ਨੂੰ। ਉੱਥੇ ਗੁਰਦੇਵ ਜੀ ਨੇ ਬਚਨ ਕੀਤਾ ਇਸ ਅਸਥਾਨ ਦੇ ਦਰਸ਼ਨ ਗੁਰੂ ਹਰਕ੍ਰਿਸ਼ਨ ਜੀ ਦੇ ਦਰਸ਼ਨ ਨੇ। ਜੋ ਵੀ ਕੋਈ ਕਾਮਨਾ ਲੈ ਕੇ ਆਓਗੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਤੁਹਾਡੀ ਪੂਰੀ ਹੋਵੇਗੀ। ਔਰ ਗੂੰਗੇ ਵੀ ਬੋਲਣ ਲੱਗ ਜਾਣਗੇ, ਗੂੰਗੇ ਵੀ ਵਕਤੇ ਬਣ ਜਾਣਗੇ, ਵਿਦਵਾਨ ਬਣ ਜਾਣਗੇ। ਇਹ ਵਰਦਾਨ ਬਖਸ਼ ਕੇ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਵੱਲ ਨੂੰ ਕੂਚ ਕਰ ਗਏ, ਦਿੱਲੀ ਦੀ ਧਰਤੀ ਤੇ ਪਹੁੰਚੇ। ਹੁਣ ਇੱਧਰ ਦਿੱਲੀ ਰਾਜਾ ਜੈ ਸਿੰਘ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਹੈ, ਇਹ ਉਸ ਰਾਜੇ ਦਾ ਬੰਗਲਾ ਹੁੰਦਾ ਸੀ। ਮਹਾਰਾਜ ਜੀ ਦਾ ਟਿਕਾਣਾ ਕਰਵਾਇਆ। ਪਟਰਾਣੀ ਦੇ ਮਨ ਵਿੱਚ ਸ਼ੰਕਾ, ਬਈ ਇੰਨੇ ਛੋਟੇ, ਕੀ ਇਹ ਗੁਰੂ ਨਾਨਕ ਦਾ ਰੂਪ ਨੇ, ਕੀ ਉਹ ਸਮਰੱਥਾ ਵਰਤ ਰਹੀ ਹੈ ਜਾਂ ਨਹੀਂ। ਉਹਨੇ ਗੋਲੀਆਂ ਵਾਲੇ ਕੱਪੜੇ ਪਾਏ ਵੀ ਜੇ ਗੁਰੂ ਅੰਤਰਜਾਮੀ ਹੋਵਣਗੇ ਮੈਨੂੰ ਪਛਾਣ ਲੈਣਗੇ।
ਬਾਦਸ਼ਾਹ ਕਹਿੰਦਾ ਚਲੋ ਚਲੋ ਮਹਾਰਾਜ ਮਹਿਲਾਂ ਵਿੱਚ, ਤੁਹਾਨੂੰ ਪਰਿਵਾਰ ਨਾਲ ਮਿਲਾਉਂਦੇ ਆ। ਸਾਹਿਬ ਜੀ ਆਏ। ਗੁਰਦੇਵ ਪਿਤਾ ਨੇ ਛੜੀ ਹੱਥ ਵਿੱਚ ਰੱਖੀ। ਮਹਾਰਾਜ ਜੀ ਇੱਕ ਦੇ ਉੱਪਰ ਲਾਉਂਦੇ ਨੇ, ਤੂੰ ਵੀ ਨਹੀਂ, ਤੂੰ ਵੀ ਨਹੀਂ। ਤੇ ਕੋਨੇ 'ਚ ਬੈਠੀ ਸੀਂਝ ਸੁੰਗੜ ਕੇ ਸਤਿਗੁਰੂ ਜੀ ਨੇ ਛੜੀ ਸੀਸ ਤੇ ਰੱਖੀ। ਮਹਾਰਾਜ ਕਹਿੰਦੇ ਬੀਬਾ, ਕੋਈ ਪਿਛਲਾ ਜਪ ਤਪ ਹੈ ਤੇਰਾ, ਪਿਛਲੇ ਦਾਨ ਪੁੰਨ ਹੋਵਣਗੇ, ਤੈਨੂੰ ਇਹ ਸ਼ਾਹੀ ਮਹੱਲ, ਹਰ ਪ੍ਰਕਾਰ ਦਾ ਸੁੱਖ ਆਰਾਮ, ਇਹ ਬਾਦਸ਼ਾਹੀਆਂ ਮਿਲ ਗਈਆਂ। ਹੁਣ ਚੰਗੀ ਸੋਚ ਰੱਖ, ਚੰਗੇ ਕਰਮ ਕਰ, ਤਾਂ ਕਿ ਅੱਗੋਂ ਵੀ ਤੇਰਾ ਅੱਗਾ ਸਵਰ ਜਾਵੇ। ਮਹਾਰਾਜ ਜੀ ਦੇ ਚਰਨਾਂ 'ਤੇ ਡਿੱਗੀ, ਆਖਿਆ ਸਤਿਗੁਰ ਸੱਚੇ ਪਾਤਸ਼ਾਹ ਬਖਸ਼ ਲਓ। ਮਨ ਵਿੱਚ ਸ਼ੰਕਾ ਆ ਗਿਆ ਸੀ। ਇੱਧਰ ਜਦੋਂ ਸਮਰੱਥਾ ਦਾ ਪਤਾ ਚੱਲਾ ਦਿੱਲੀ ਦੇ ਲੋਕਾਂ ਨੂੰ, ਉਨੀ ਦਿਨੀ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਸੀ। ਹੁਣ ਜਿਹੜਾ ਵੀ ਮਰੀਜ਼ ਹੋਵੇ ਕਹੇ ਜਾਓ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦੁਆਰੇ 'ਤੇ ਜਾਓ, ਗੁਰੂ ਤੇ ਸਭ ਤੋਂ ਵੱਡੇ ਵੈਦ ਨੇ। ਜਿਹੜਾ ਰੋਗੀ ਆਵੇ ਗੁਰੂ ਦੇ ਦਰਸ਼ਨ ਕਰਦਿਆਂ ਹੀ ਨਿਹਾਲ ਹੋ ਜਾਵੇ। ਇੰਜ ਰੋਗੀਆਂ ਦੇ ਰੋਗ ਕੱਟੇ ਗਏ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮੈਂ ਦਰਸ਼ਨ ਕਰਨਾ ਚਾਹੁੰਦਾ ਮਹਾਰਾਜ ਜੀ ਦੇ। ਰਾਜਾ ਜੈ ਸਿੰਘ ਨੂੰ ਕਿਹਾ, ਸਤਿਗੁਰੂ ਕਹਿੰਦੇ ਬਿਲਕੁਲ ਨਹੀਂ, ਅਸੀਂ ਨਾ ਉਹ ਤੋਂ ਡਰਦੇ ਹਾਂ, ਨਾ ਕੋਈ ਮਨ ਵਿੱਚ ਘਬਰਾਹਟ ਹੈ, ਅਸਾਂ ਨਹੀਂ ਉਹਨੂੰ ਮਿਲਣਾ। ਫਿਰ ਬਾਦਸ਼ਾਹ ਔਰੰਗਜ਼ੇਬ ਨੇ ਆਪਣਾ ਸ਼ਹਿਜ਼ਾਦਾ ਮੁਅੱਜ਼ਮ ਘੱਲਿਆ ਮਹਾਰਾਜ ਜੀ ਦੇ ਚਰਨਾਂ ਵਿੱਚ। ਗੁਰੂ ਕਹਿੰਦੇ ਦਰਸ਼ਨ ਤੇ ਨਹੀਂ, ਪਰ ਇੱਕ ਗੁਰੂ ਨਾਨਕ ਦਾ ਸ਼ਬਦ ਅਸੀਂ ਤੁਹਾਨੂੰ ਲਿਖ ਕੇ ਦਿੰਦੇ ਹਾਂ, ਔਰ ਜਾ ਕੇ ਆਪਣੇ ਸ਼ਾਹ ਨੂੰ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਸਮਝਾ ਦੇਣਾ। ਉਹ ਮਹਾਰਾਜ ਜੀ ਨੇ ਇੱਕ ਸ਼ਲੋਕ ਲਿਖਿਆ, ਕਿਆ ਖਾਧੈ ਕਿਆ ਪੈਦਾ ਹੋਏ, ਜਾਮਨ ਨਾਹੀ ਸੱਚਾ ਸੋਏ। ਬਈ ਕੀ ਪਹਿਨਣ ਦੇ ਨਾਲ ਤੇ ਕੀ ਖਾਣ ਦੇ ਨਾਲ ਹੋਣਾ, ਅਗਰ ਤੁਹਾਡੇ ਮਨ ਵਿੱਚ ਸੱਚੇ ਪਰਮਾਤਮਾ ਦਾ ਨਾਮ ਨਹੀਂ ਵਸਿਆ, ਫਿਰ ਸਭ ਤੁਹਾਡੇ ਪਾਸ ਜਿਤਨੇ ਪਦਾਰਥ ਨੇ, ਜਿਤਨੇ ਸੁੱਖ ਆਰਾਮ ਸਹੂਲਤਾਂ ਨੇ, ਉਹ ਕਿਸੇ ਕੰਮ ਨਹੀਂ, ਉਹ ਤੇ ਵਿਅਰਥ ਹਨ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਵਿੱਚ ਕੁਝ ਸਮਾਂ ਬਿਤਾਇਆ। ਫਿਰ ਮਹਾਰਾਜ ਸਾਹਿਬ ਜੀ ਆਪਣੀ ਮੌਜ ਵਿੱਚ ਆਏ। ਕਹਿਣ ਲੱਗੇ ਰਾਜਨ, ਅਸੀਂ ਹੁਣ ਸ਼ਹਿਰ ਤੋਂ ਥੋੜ੍ਹਾ ਬਾਹਰ ਜਾਣਾ ਚਾਹੁੰਦੇ ਹਾਂ। ਫਿਰ ਗੁਰਦੁਆਰਾ ਉਹ ਬਾਲਾ ਸਾਹਿਬ ਜਮਨਾ ਦੇ ਕਿਨਾਰੇ, ਜਿੱਥੇ ਮਹਾਰਾਜ ਜੀ ਸੱਚਖੰਡ ਵਿਰਾਜੇ, ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਟਿਕਾਣਾ ਉੱਥੇ ਕਰ ਲਿਆ। ਪਰ ਗੁਰੂ ਜੀ ਨੇ ਇੱਕ ਦਿਨ ਹੁਕਮ ਕੀਤਾ ਵੀ ਜਾਓ, ਜਿਹੜਾ ਗੁਰਬਖਸ਼ ਮਲ ਮਸੰਦ ਹੈ ਦਿੱਲੀ ਦਾ, ਉਹਨੂੰ ਬੁਲਾ ਕੇ ਲਿਆਓ ਸਾਡੇ ਪਾਸ। ਗੁਰਬਖਸ਼ ਮਲ ਜੀ ਪਹੁੰਚੇ। ਸਾਹਿਬ ਜੀ ਨੇ ਸਿੱਖ ਇਕੱਠੇ ਕੀਤੇ। ਮਹਾਰਾਜ ਕਹਿੰਦੇ ਸਿੱਖੋ, ਸਮਾਂ ਆ ਗਿਆ ਸੱਚਖੰਡ ਗਮਨ ਕਰਨ ਦਾ। ਗੁਰਬਖਸ਼ ਮਲ ਔਰ ਬਾਕੀ ਸੰਗਤਾਂ ਨੇ ਹੱਥ ਜੋੜੇ, ਮਹਾਰਾਜ ਅਜੇ ਤੇ ਤੁਹਾਡੀ ਉਮਰ ਬੜੀ ਨਿੱਕੀ ਹੈ, ਤੁਸੀਂ ਰਹਿਮਤ ਕਰੋ, ਜਨਮ ਤੇ ਮਰਨ ਤੁਹਾਡੇ ਹੱਥ ਵਸ ਹੈ। ਤੁਸੀਂ ਵੱਡੇ ਹੋਵੋ, ਜਵਾਨ ਹੋਵੋ, ਫਿਰ ਵਿਆਹ ਕਰਾਓ, ਤੁਹਾਡਾ ਪਰਿਵਾਰ ਹੋਵੇਗਾ। ਗੁਰੂ ਕਹਿੰਦੇ ਨਹੀਂ, ਹੁਕਮ ਨਹੀਂ ਹੈ ਸਾਨੂੰ, ਅਕਾਲ ਦਾ ਬਸ ਇਤਨਾ ਹੀ ਸਮਾਂ ਹੈ। ਹੁਣ ਗੁਰਬਖਸ਼ ਮਲ ਜੀ ਔਰ ਸੰਗਤਾਂ ਨੇ ਅਰਜ਼ ਕੀਤੀ, ਮਹਾਰਾਜ ਫਿਰ ਇੱਕ ਕਿਰਪਾ ਕਰੋ, ਆਦ ਤੋਂ ਜਿਹੜੀ ਮਰਿਆਦਾ ਚੱਲੀ ਆ ਰਹੀ ਹੈ ਗੁਰੂ ਨਾਨਕ ਦੇ ਘਰ ਦੀ, ਵੀ ਜਦੋਂ ਗੁਰੂ ਜੀ ਨੇ ਸੱਚਖੰਡ ਗਮਨ ਕਰਨਾ ਹੁੰਦਾ, ਆਪਣੀ ਥਾਂ ਤੇ ਦੂਸਰੇ ਗੁਰੂ ਜੀ ਨੂੰ ਬਿਠਾਉਂਦੇ ਨੇ। ਤੁਸੀਂ ਕਿਹੜੇ ਗੁਰੂ ਦੇ ਲੜ ਲਾ ਕੇ ਚੱਲੇ ਹੋ ਗੁਰੂ ਨਾਨਕ ਦੀਆਂ ਸੰਗਤਾਂ ਨੂੰ? ਉੱਥੇ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ। ਕਵੀ ਸੰਤੋਖ ਸਿੰਘ ਜੀ
ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਇਹ ਬੋਲ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿੰਦੇ, ਸੁਣੋ ਸਿੱਖੋ, ਗੁਰੂ ਗ੍ਰੰਥ ਸਾਹਿਬ ਸਭ ਕੇਰਾ। ਜਿਹੜੇ ਗ੍ਰੰਥ ਸਾਹਿਬ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ, ਇਹ ਸਾਰਿਆਂ ਦੀ ਹੈ। ਬਾਣੀ ਗੁਰੂ, ਸ਼ਬਦ ਸਭ ਦਾ ਹੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਸਭ ਕੇਰਾ, ਜੋ ਦਰਸ਼ਨ ਚਾਹੈ ਮੇਰਾ। ਜਿਹੜੇ ਮੇਰਾ ਦਰਸ਼ਨ ਚਾਹੁੰਦੇ ਨੇ ਉਹ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ। ਜੋ ਮਮ ਸਾਥ ਚਹਿਤ ਕਰ ਬਾਤਾਂ, ਜਿਹੜੇ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ, ਮੇਰੇ ਨਾਲ ਗੱਲਾਂ ਹੋਵਣਗੀਆਂ। ਸਤਿਗੁਰੂ ਕਹਿੰਦੇ, ਕੋਈ ਔਖਿਆਈ ਹੋਵੇ, ਮੁਸ਼ਕਲ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਤੁਹਾਡੀ ਕੋਈ ਇੱਛਾ ਹੋਵੇ ਸਿੱਖੋ, ਤੁਸੀਂ ਬਾਣੀ ਪੜ੍ਹੋ ਔਰ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਆਪਣੀਆਂ ਬੇਨਤੀਆਂ ਕਰੋ। ਗੁਰੂ ਨਾਨਕ ਤੁਹਾਡੀ ਹਰ ਬੇਨਤੀ ਪ੍ਰਵਾਨ ਕਰਨਗੇ, ਤੁਹਾਡੀ ਹਰ ਇੱਛਾ ਪੂਰੀ ਹੋਇਆ ਕਰੇਗੀ। ਭਾਈ ਗੁਰਬਖਸ਼ ਮਸੰਦ ਜੀ ਕਹਿਣ ਲੱਗੇ, ਮਹਾਰਾਜ ਗੁਰਬਖਸ਼ ਮੱਲ ਜੀ, ਸਤਿਗੁਰੂ ਇਹ ਤੇ ਠੀਕ ਹੈ, ਪਰ ਮਹਾਰਾਜ ਅਸਾਂ ਸੁਣਿਆ ਕਿ ਤੁਹਾਡੇ ਪੜਦਾਦਾ ਸਤਿਗੁਰਾਂ ਦੇ ਬਚਨ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ, ਬਈ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਬਈ ਅਸੀਂ 4 ਜਾਮੇ ਹੋਰ ਲੈਣੇ ਨੇ, ਤੇ ਮਹਾਰਾਜ 6 ਤੇ 2 8 ਹੋ ਗਏ, 2 ਜਾਮੇ ਤੇ ਅਜੇ ਬਾਕੀ ਨੇ। ਇਹ ਕਿਰਪਾ ਕਰੋ, ਇਹ ਠੀਕ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ। ਇਹ ਗ੍ਰੰਥ ਸਾਹਿਬ ਸਭ ਦੇ ਗੁਰੂ ਨੇ, ਸਾਂਝੇ ਗੁਰੂ ਨੇ। ਪਰ ਮਹਾਰਾਜ ਜਿਹੜੇ 2 ਜਾਮੇ ਅਜੇ ਰਹਿੰਦੇ ਨੇ ਧਾਰਨ ਕਰਨ ਵਾਲੇ, ਉਹਨਾਂ ਦੀ ਬਾਬਤ ਸਮਝਾਓ। ਸਤਿਗੁਰੂ ਕਹਿੰਦੇ, ਗੁਰਬਖਸ਼ ਮੱਲ ਜੀ 5 ਪੈਸੇ ਨਾਰੀਅਲ ਮੰਗਵਾਓ। 7 ਬਚਨ ਮਹਾਰਾਜ ਦੌੜ ਕੇ ਗਏ। ਥਾਲੀ ਦੇ ਵਿੱਚ ਚੰਦਨ, ਕੁਝ ਫੁੱਲ, 5 ਪੈਸੇ ਨਾਰੀਅਲ ਰੁਮਾਲ ਨਾਲ ਕੱਜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਕੇ ਆਏ। ਸਾਹਿਬ ਸੱਚੇ ਪਾਤਸ਼ਾਹ ਦੇ ਪੂਰੇ ਤਨ ਦੇ ਉੱਪਰ ਇਸ ਵਕਤ ਬੜੇ ਬੜੇ ਛਾਲੇ ਨਿਕਲੇ ਹੋਏ ਨੇ। ਇਹ ਗੁਰੂ ਦੀ ਆਪਣੀ ਮੌਜ ਹੈ। ਕੁੱਲ ਦੁਨੀਆ ਦਾ ਦੁੱਖ ਗੁਰੂ ਪਰਮੇਸ਼ਰ ਆਪਣੇ ਉੱਪਰ ਲੈ ਲੈਂਦੇ ਨੇ, ਲੁਕਾਈ ਨੂੰ ਸੁੱਖ ਬਖਸ਼ਦੇ ਨੇ। ਮਹਾਰਾਜ ਸਾਹਿਬ ਜੀ ਉੱਠਦੇ ਨੇ ਔਰ ਉੱਠ ਕੇ ਸਤਿਗੁਰੂ ਜੀ ਨੇ 5 ਪੈਸੇ ਨਾਰੀਅਲ ਆਪਣੇ ਹੱਥ ਵਿੱਚ ਲਏ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਉੱਥੇ ਖਲੋਤਿਆਂ ਨੇ ਇੰਜ ਗੁਰੂ ਨੇ ਗੋਲਾਕਾਰ ਕੀਤਾ, 3 ਵਾਰ ਇੰਜ ਉਹਨੂੰ ਘੁਮਾਇਆ ਔਰ ਜ਼ਮੀਨ ਦੇ ਉੱਪਰ ਫਿਰ ਕੱਪੜਾ ਵਿਛਾ ਕੇ ਉਹ ਨਾਰੀਅਲ ਤੇ 5 ਪੈਸੇ ਰੱਖੇ। ਦੋਵੇਂ ਹੱਥ ਜੋੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ, ਮੱਥਾ ਟੇਕਿਆ ਗੁਰਿਆਈ ਦੇ ਚਿੰਨ੍ਹਾਂ ਨੂੰ। ਜਦੋਂ ਉੱਠੇ ਤੇ ਬਚਨ ਕੀਤਾ, ਬਾਬਾ ਬਸਹੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਦਾ ਸੰਭਾਲੇ। ਬਾਬਾ ਬਸਹੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਦਾ ਸੰਭਾਲੇ। ਮਹਾਰਾਜ ਕਹਿੰਦੇ, ਲਓ ਹੁਣ ਜਿਹੜੇ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਹੋਵਣਗੇ 9ਵੇਂ ਗੁਰੂ, ਉਹ ਬਾਬਾ ਗੁਰੂ ਹੋਵਣਗੇ ਔਰ ਉਹ ਬਕਾਲੇ ਦੀ ਧਰਤੀ ਤੇ ਵਸਦੇ ਨੇ। ਫਿਰ ਮਹਾਰਾਜ ਜੀ ਨੇ ਆਪਣੇ ਕੁਝ ਸਿੱਖਾਂ ਨੂੰ ਗੁਰਤਾ ਗੱਦੀ ਦੇ ਚਿੰਨ੍ਹ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲ ਨੂੰ ਘੱਲਣਾ ਕੀਤਾ। ਇਦੋਂ ਪਹਿਲਾਂ ਹੀ ਇੱਥੇ 22 ਮੰਜੀਆਂ ਲੱਗ ਗਈਆਂ। ਜਦੋਂ ਪਤਾ ਚੱਲਾ ਵੀ ਮਹਾਰਾਜ ਨੇ ਕਿਹਾ ਬਾਬਾ ਬਸੇ ਜੇ ਗ੍ਰਾਮ ਬਕਾਲੇ, ਧੀਰ ਮੱਲ ਤੇ ਬਾਕੀ ਸੋਢੀਆਂ ਨੇ ਆਪੋ ਆਪਣੇ ਤਖਤ ਲਾ ਲਏ ਬਈ ਮੈਂ ਗੁਰੂ ਹਾਂ ਤੇ ਮੈਂ ਗੁਰੂ ਹਾਂ।
इंज साहिब सच्चे पातशाह जी ने फिर हुक्म किया, लो सिखो हुण समा पूरा हो गया, हुण असां सचखंड गमन करना है। साहिब सच्चे पातशाह जी ने चादर अपने तन दे उपर लई, पवन मह पवन समाया, ज्योति मह ज्योत रल जाया। पवन मह पवन समाया, ज्योति मह ज्योत रल जाया, ज्योति मह ज्योत रल जाया। साहिब सच्चे पातशाह सचखंड गमन कर गए। सिख संगतां दे मनां विच वैराग। भाई गुरबख्श मल कहंदे गुरु दा हुक्म है, किसे ने रुदन नहीं करना, बाणी पढ़ो और जपो सतनाम वाहे गुरु, सतनाम वाहे गुरु। दिल्ली विच एक खबर फैल गई कि 8वें पातशाह सचखंड गमन कर गए ने। बादशाह औरंगजेब दे कोल जदों खबर पहुंची, उन्हें सुनेहा कलवाया, राजा जय सिंह रुकना, महाराज जी का संस्कार नहीं करना जे, मैनू आउण दिओ, मेरे आए ते सारी क्रिया होवे, मैं गुरु दे अंतिम दर्शन करना चाहुंदा। हुण वेखो समर्थ गुरु की कला। औरंगजेब बादशाह आउंदा, कुछ सिखां दे मनां विच शंके पै गए भी जिहड़ा प्रण गुरु जी ने जिउंदे जी निभाया, हुण ओह प्रण टुटेगा, क्योंकि किहड़ा रोकूगा बादशाह नूं, किहड़ा समझावेगा। औरंगजेब आउंदा, कहण लगा गुरु जी दे मैनूं दर्शन कराओ। जदों सिख चादर चुकदा, औरंगजेब नूं की नज़र आया सी जी कि धरती विच तरेड़ पै गई है और महाराज साहब का स्वरूप उत्थे नहीं। बहुत भयानक दृश्य औरंगजेब नूं जदों नज़र आया, जमीन पाटी होई तो यकदम घबराहट विच आया। इतिहास गवाह है, ऐडा हंकारी राजा जिहड़ा किसे नूं कुछ नहीं सी समझदा, उस वक्त बेहोशी का आलम आया इहदे ते। इंज गिरन लग्या, इहदे वजीरां ने इहनूं संभालिया, कहण लग्या मैनूं लै चलो इत्थों। वो कहण लगे की होया? कहण लगे गुरु पूरा है, इस गुरु ने अपना प्रण निभाया, इन्हां दे पिता ने अपना प्रण निभाया, मैनू दर्शन नहीं दिते शरीरक शरीर दे हुंदियां, हुण शरीर त्यागण तो बाद भी ये गुरु अपना प्रण निभा रहे ने, इसलिए मैनू इत्थों लै चलो। औरंगजेब नूं पकड़ के लेके गए सन। उस वक्त उहदे वजीर फिर साहिब सच्चे पातशाह जी दे पावन तन की क्रिया उस पावन स्थान ते हुई, जमुना दे किनारे। इंज अज 2 दिहाड़े समुची कौम मनाउण जा रही है 8वें पातशाह जी का ज्योति जोत दिवस और 9वें पातशाह गुरु तेग बहादुर साहब महाराज जी का गुरता गद्दी गुरपुरब समय की समाप्ति जी। वाहिगुरु जी का खालसा, वाहिगुरु जी की फतेह।